ਗੁੱਡ ਮਾਰਨਿੰਗ ਸਾਰੇ ਅਫਸਰ ਸਾਹਿਬਾਨ ਨੂੰ। ਇਹ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਿਹੜੇ ਕਿ ਰੀਸੈਂਟਲੀ ਗੌਰਮੈਂਟ ਨੇ ਆਪਾਂ ਨੂੰ ਮਾਲ ਅਧਿਕਾਰੀਆਂ ਨੂੰ ਗੱਡੀਆਂ ਹਾਇਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਜਿਸ ਤਰ੍ਹਾਂ ਧੰਮ ਸਰ ਨੇ ਕੱਲ੍ਹ ਡਿਸਕਸ ਕੀਤਾ ਕਿ ਇਹ ਜਿਹੜੀਆਂ ਗੱਡੀਆਂ ਹਾਇਰ ਕਰਨ ਦੀ ਅੱਗੇ ਪੋਲਿਸੀ ਚੱਲ ਰਹੀ ਹੈ ਉਹ ਬੜੀ ਚੈਲੰਜਿੰਗ ਹੈ। ਤਾਂ ਕੀ ਆਪਾਂ ਇਸ ਦੇ ਵਿੱਚ ਕਰ ਸਕਦੇ ਹਾਂ, ਕੀ ਇਹ ਪੋਲਿਸੀ ਹੈ ਅਤੇ ਕੀ ਆਪਾਂ ਇਸ ਦਾ ਸੋਲਿਊਸ਼ਨ ਨਿਕਾਲ ਸਕਦੇ ਹਾਂ, ਇਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਬੇਸਿਕਲੀ ਜਿਹੜੀ ਇਹ ਗੱਡੀਆਂ ਹਾਇਰ ਕਰਨ ਦੀ ਲੈਟਰ ਡੀਸੀ ਸਾਹਿਬਾਨ ਨੂੰ ਆਥੋਰਾਈਜ਼ ਕੀਤਾ ਹੈਗਾ, ਇਹਦੇ ਵਿੱਚ ਕੁਝ ਹਦਾਇਤਾਂ ਦੀ ਗੱਲ ਹੋ ਰਹੀ ਹੈ ਕਿ ਇਹਨਾਂ ਹਦਾਇਤਾਂ ਦੇ ਅਧੀਨ ਹੀ ਆਪਾਂ ਇਸ ਨੂੰ ਹਾਇਰ ਕਰ ਸਕਦੇ ਹਾਂ। ਤਾਂ ਹੁਣ ਜਿਹੜੀ ਆਪਣੇ ਗਰੁੱਪ ਦੇ ਵਿੱਚ ਡਿਸਕਸ਼ਨ ਚੱਲ ਰਹੀ ਸੀ ਕਿ ਕੀ ਆਪਾਂ ਆਪਦੀਆਂ ਗੱਡੀਆਂ ਨੂੰ ਹੀ ਇਸ ਦੇ ਵਿੱਚ ਪਾ ਸਕਦੇ ਹਾਂ, ਕਿਸ ਤਰ੍ਹਾਂ ਕੀ ਇਹ ਕਿਸ ਤਰ੍ਹਾਂ ਪੋਸੀਬਲ ਹੋ ਪਾਏਗਾ, ਤਾਂ ਉਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ। ਤਾਂ ਇਹਨਾਂ ਦੇ ਲਈ ਜਿਹੜੀ ਬੇਸਿਕਲੀ ਇੱਕ ਲੈਟਰ ਜਿਹੜੀ 10 ਪੇਜਿਸ ਦੀ ਆਪਣੀ ਸਭ ਤੋਂ ਵੱਧ ਰੈਲੇਵੈਂਟ ਹੈ, ਉਹ ਇਹ ਹੈ ਜਿਹੜੀ 21/6/2021 ਨੂੰ ਫਿਕਸੇਸ਼ਨ ਆਫ ਰੇਟਸ ਫॉर ਹਾਇਰਿੰਗ ਆਫ ਪ੍ਰਾਈਵੇਟ ਵਹੀਕਲਸ ਇਹ ਪੋਲਿਸੀ ਆਈ ਹੋਈ ਹੈ। ਤਾਂ ਕਿਉਂਕਿ ਕਲੀਅਰਲੀ ਮੈਂਸ਼ਨਡ ਹੈ ਆਪਣੇ ਜਿਹੜੇ ਡੀਸੀਜ਼ ਨੂੰ ਲੈਟਰ ਲਿਖੀ ਗਈ ਹੈ, ਉਹਦੇ ਵਿੱਚ ਆਥੋਰਾਈਜੇਸ਼ਨ ਜਿਹੜੀ ਹੈ ਉਹ 33,000 ਰੁਪਏ ਵਾਲੀ ਸੈਗਮੈਂਟ ਦੀ ਆਪਣੀ ਬਣਦੀ ਹੈ। ਇਹ ਸੈਗਮੈਂਟ ਹੈ ਜਿਸ ਦੇ ਵਿੱਚ 10,000 ਰੁਪਏ ਫਿਊਲ ਚਾਰਜਿਸ 2,000 ਕਿਲੋਮੀਟਰ ਗੱਡੀ ਚਲਾਉਣ ਦੇ ਲਈ, 2,300 ਰੁਪਏ ਪਰ ਮੰਥ ਮਿਲਣਗੇ ਜਿਸ ਦੇ ਵਿੱਚ ਡਰਾਈਵਰ, ਮੇਨਟੇਨੈਂਸ, ਇੰਸ਼ੋਰੈਂਸ ਸਭ ਕੁਝ ਇਨਕਲੂਡ ਹੋਏਗਾ। ਟੋਟਲ 33,000 ਰੁਪਏ ਮਿਲਣਗੇ। ਇੱਕ ਇਹ ਕੋਲਮ ਹੈ ਕਿ ਜੇ ਆਪਾਂ 2,000 ਕਿਲੋਮੀਟਰ ਤੋਂ ਐਕਸਟਰਾ ਚਲਾਉਂਦੇ ਹਾਂ ਤਾਂ 10 ਰੁਪਏ ਪਰ ਕਿਲੋਮੀਟਰ ਮਿਲਣਗੇ। ਪਰ ਕੱਲ੍ਹ ਜਿਹੜੀਆਂ ਸਾਡੀਆਂ ਡਿਸਕਸ਼ਨਸ ਰਹੀਆਂ, ਅਸੀਂ ਡਿਸਕਸ ਕੀਤਾ ਜਿਹੜੇ ਆਲਰੇਡੀ ਅਲੱਗ-ਅਲੱਗ ਡਿਪਾਰਟਮੈਂਟਸ ਦੇ ਨਾਲ, ਅਤੇ ਈਵਨ ਜਿਹੜੇ ਕੰਟਰੈਕਟਰ ਉਹਨਾਂ ਨੂੰ ਮੈਂ ਬੁਲਾਇਆ ਜਿਨ੍ਹਾਂ ਦੀਆਂ 70 ਗੱਡੀਆਂ ਆਲਰੇਡੀ ਇੱਦਾਂ ਡਿਪਾਰਟਮੈਂਟਸ ਦੇ ਵਿੱਚ ਚੱਲ ਰਹੀਆਂ ਨੇ। ਤਾਂ ਉਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਹ ਜਿਹੜੀ 10 ਰੁਪਏ ਪਰ ਕਿਲੋਮੀਟਰ ਹੈ, ਨਾ ਤਾਂ ਇਹ ਕਦੇ ਵੀ ਅਪਰੂਵ ਹੁੰਦਾ ਹੈ, ਅਤੇ ਬਜਟ ਜਿਹੜਾ ਹਮੇਸ਼ਾ ਆਉਂਦਾ 2,000 ਕਿਲੋਮੀਟਰ ਤੱਕ ਦਾ ਹੀ ਆਉਂਦਾ। ਪਹਿਲਾਂ ਇਹ 2,350 ਕਿਲੋਮੀਟਰ ਹੁੰਦਾ ਸੀ, ਪਰ ਜਿਹੜੀ ਨਵੀਂ ਪੋਲਿਸੀ ਹੈ ਉਹ ਬੜੀ ਸਟ੍ਰਿਕਟ ਹੋ ਗਈ ਹੈ ਅਤੇ ਉਹਦੇ ਵਿੱਚ ਇਹ ਘਟਾ ਕੇ 2,000 ਕਿਲੋਮੀਟਰ ਕਰ ਦਿੱਤਾ ਗਿਆ ਹੈਗਾ। ਪੁਰਾਣੀ ਜਿਹੜੀ ਪੋਲਿਸੀ ਸੀ ਉਸ ਦੇ ਵਿੱਚ ਇਹੀ ਸੇਮ ਹਾਇਰਿੰਗ ਦਾ ਰੇਟ ਵੀ 42,000 ਦੇ ਕਰੀਬ ਸੀ, ਜਿਹੜਾ ਕਿ ਹੁਣ ਸਿੱਧਾ ਘਟਾ ਕੇ 33,000 ਕਰ ਦਿੱਤਾ ਗਿਆ। 33,000 ਮਤਲਬ ਅਰਾਊਂਡ 9,000 ਰੁਪਏ ਘਟਾ ਦਿੱਤੇ ਗਏ, ਜਦਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੈਟਰੋਲ ਡੀਜ਼ਲ ਦੇ ਪ੍ਰਾਈਸਿਸ ਬਹੁਤ ਜ਼ਿਆਦਾ ਇਨਕਰੀਜ਼ ਹੋਏ ਨੇ। ਇਸ ਕਰਕੇ ਪ੍ਰੈਜ਼ੈਂਟਲੀ ਕੋਈ ਵੀ ਜਿਹੜਾ ਟਰਾਂਸਪੋਰਟ ਪ੍ਰੋਵਾਈਡਰ ਹੈ ਉਹ ਇਹਨਾਂ ਟਰਮਸ ਐਂਡ ਕੰਡੀਸ਼ਨਸ ਦੇ ਉੱਤੇ ਗੱਡੀਆਂ ਪ੍ਰੋਵਾਈਡ ਨਹੀਂ ਕਰ ਰਿਹਾ। ਜਿਹੜੇ ਵੀ ਟੈਂਡਰਸ ਪਿਛਲੇ ਮਹੀਨਿਆਂ ਦੇ ਵਿੱਚ ਇਸ ਪੋਲਿਸੀ ਦੇ ਅਧੀਨ ਨਿਕਲੇ ਨੇ, ਤਾਂ ਉਹਦੇ ਵਿੱਚ ਕਿਸੇ ਨੇ ਉਹ ਮੋਸਟਲੀ ਉਹ ਖਾਲੀ ਹੀ ਰਹੇ ਨੇ। ਤਾਂ ਬਟ ਆਪਾਂ ਦੇਖਦੇ ਹਾਂ ਕਿ ਕੀ ਇਸ ਦੀਆਂ ਵਿੱਚ ਟਰਮਸ ਐਂਡ ਕੰਡੀਸ਼ਨਸ ਨੇ। ਇਸ ਦੇ ਵਿੱਚ ਸਾਰਾ ਇਹ ਕਲੀਅਰਲੀ ਲਿਖਿਆ ਹੋਇਆ ਹੈਗਾ ਕਿ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਕਿ ਸਾਰਾ ਕੁਛ ਜਿਹੜਾ ਹੈ ਡਰਾਈਵਰ, ਫਿਊਲ, ਇੰਸ਼ੋਰੈਂਸ ਸਾਰਾ ਕੁਛ ਪ੍ਰੋਵਾਈਡ ਕੀਤਾ ਜਾਏਗਾ ਇਹਨਾਂ ਚਾਰਜਿਸ ਦੇ ਵਿੱਚ ਹੀ। ਸਿਰਫ ਟੋਲ ਟੈਕਸਿਸ ਇਸ ਤੋਂ ਅਲੱਗ ਹੋਣਗੇ। ਅਤੇ ਸਭ ਤੋਂ ਜਿਹੜੀ ਔਖੀ ਚੀਜ਼ ਹੈ ਕਿ ਜਿਹੜੀ ਵੀ ਗੱਡੀ ਹੋਏਗੀ ਉਹ 1 ਸਾਲ ਤੋਂ ਪੁਰਾਣੀ ਨਹੀਂ ਹੋ ਸਕਦੀ ਹੈਗੀ। ਤਾਂ ਪ੍ਰੈਕਟੀਕਲੀ ਇਹੀ ਹੈ ਕਿ ਨਵੀਂ ਗੱਡੀ ਹੀ ਉਹ ਹੋਏਗੀ, ਕਿਉਂਕਿ 1 ਸਾਲ ਪੁਰਾਣੀਆਂ ਗੱਡੀਆਂ ਉਨੀਆਂ ਮਿਲਣੀਆਂ ਮੁਸ਼ਕਿਲ ਨੇ, ਅਤੇ ਫਿਰ ਉਹਨਾਂ 'ਤੇ ਫਾਈਨਾਂਸਿੰਗ ਹੋਣੀ ਮੁਸ਼ਕਿਲ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਵੀ ਕੰਟਰੈਕਟਰ ਹੁੰਦਾ ਉਹ ਨਵੀਆਂ ਗੱਡੀਆਂ ਹੀ ਖਰੀਦਦਾ। ਉਸ ਤੋਂ ਬਾਅਦ ਤਾਂ ਉਹੀ ਹੈ ਕਿ ਕੰਡੀਸ਼ਨ ਜਿਹੜੀ ਹੈ ਉਹ ਗੱਡੀ ਦੀ ਅੱਛੀ ਹੋਣੀ ਚਾਹੀਦੀ ਹੈ, ਡਰਾਈਵਰ ਨੇ ਯੂਨੀਫਾਰਮ ਪਾਈ ਹੋਣੀ ਚਾਹੀਦੀ ਹੈ। ਹੁਣ ਜਿਹੜਾ ਇਹ ਕੰਟਰੈਕਟ ਹੋਏਗਾ ਇਹ 3 ਸਾਲ ਦੇ ਲਈ ਹੋਏਗਾ। ਉਸ ਤੋਂ ਬਾਅਦ ਇਸੇ ਕੰਟਰੈਕਟ ਨੂੰ 5 ਸਾਲ ਤੱਕ ਐਕਸਟੈਂਡ ਕੀਤਾ ਜਾ ਸਕਦਾ। ਲਾਈਕ ਜਿਹੜੀ ਗੱਡੀ ਹੁਣ ਆਪਾਂ ਨਵੀਂ ਕੋਈ ਪਾਏਗਾ ਉਹਦਾ 3 ਸਾਲ ਲਈ ਕੰਟਰੈਕਟ ਹੋ ਜਾਏਗਾ, ਫਿਰ ਉਹ 2 ਸਾਲ ਲਈ ਅੱਗੇ ਵਧਾਇਆ ਜਾ ਸਕਦਾ। ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਪੁਆਇੰਟ ਇਸ ਦੇ ਵਿੱਚ ਨਿਕਲ ਕੇ ਆਉਂਦਾ ਹੈਗਾ ਕਿ ਉਹਦਾ ਵੈਲਿਡ ਪਰਮਿਟ ਹੋਣਾ ਚਾਹੀਦਾ ਫੋਰ ਰਨਿੰਗ ਔਨ ਹਾਇਰ। ਇੱਥੇ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਇਹ ਕਮਰਸ਼ੀਅਲ ਵਹੀਕਲ ਹੋਣਾ ਚਾਹੀਦਾ ਹੈਗਾ। ਤਾਂ ਇਸ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਰੂਲ ਆਊਟ ਹੋ ਜਾਂਦੀਆਂ, ਜਿਵੇਂ ਆਪਾਂ ਕਹਿੰਦੇ ਸੀ ਕਿ ਆਪਾਂ ਖੁਦ ਹੀ ਗੱਡੀਆਂ ਲੈ ਲਈਏ ਅਤੇ ਖੁਦ ਹੀ ਉਹਨਾਂ ਨੂੰ ਚਲਾ ਲਈਏ ਅਤੇ ਗੌਰਮੈਂਟ ਆਪਾਂ ਨੂੰ 33,000 ਰੁਪਇਆ ਦੇ ਦੇ। ਅਤੇ ਕਿਉਂਕਿ ਇਹ ਸਾਰਾ ਸਰਵਿਸ ਪ੍ਰੋਵਾਈਡਰ ਦੇ ਥਰੂ ਹੈ, ਉਸਦੇ ਕੋਲ GST ਨੰਬਰ ਹੋਣਾ ਚਾਹੀਦਾ, ਉਸਨੂੰ GST ਭਰਨਾ ਪਏਗਾ, ਅਤੇ 33,000 ਰੁਪਇਆ ਜਿਹੜਾ ਉਸਨੂੰ ਮਿਲਣਾ ਉਹਦੇ ਵਿੱਚ 12% GST ਹੈ ਜਿਹੜਾ ਉਹ ਵੀ ਇਨਕਲੂਡਿਡ ਹੈ। ਆਲਦੋ ਪੂਰਾ ਉਹ ਕਲੀਅਰ ਨਹੀਂ ਕੀਤਾ ਹੋਇਆ, ਪਰ
ਫਿਲਹਾਲ ਜਿਹੜੇ ਵੀ ਡਿਪਾਰਟਮੈਂਟਸ ਦੇ ਰਹੇ ਨੇ ਉਹ 12% ਨੂੰ ਇਨਕਲੂਡ ਕਰਕੇ 33,000 ਬਣਾ ਰਹੇ ਨੇ, ਤਾਂ ਉਹ ਵੀ ਅੱਗੇ ਨਿਕਲ ਕੇ 4,4200 ਦੇ ਕਰੀਬ ਉਹ ਵੀ ਆ ਜਾਂਦਾ, ਤਾਂ ਨਿਕਲ ਕੇ 29,000 ਰੁਪਏ ਰਹਿ ਜਾਂਦਾ, ਜਿਹਦੇ ਵਿੱਚ ਉਹਨਾਂ ਨੇ ਉਹ ਸਾਰਾ ਕੁਝ ਪ੍ਰੋਵਾਈਡ ਕਰਨਾ ਹੋਏਗਾ। ਹੁਣ ਬਾਕੀ ਤਾਂ ਜਿਹੜੀਆਂ ਇੰਸਟਰਕਸ਼ਨ ਨੇ ਇਹੀ ਨੇ ਕਿ ਸਾਰਾ ਕੁਛ ਜਿਹੜਾ ਹੈ ਸਰਵਿਸ ਪ੍ਰੋਵਾਈਡਰ ਨੇ ਹੀ ਪ੍ਰੋਵਾਈਡ ਕਰਨਾ। ਈਵਨ ਇਸ ਦੇ ਵਿੱਚ ਇਹ ਬੜੀਆਂ ਸਟ੍ਰਿਕਟ ਕੰਡੀਸ਼ਨ ਨੇ ਕਿ ਜੇ ਡਰਾਈਵਰ ਲੇਟ ਵੀ ਹੁੰਦਾ ਤਾਂ ਉਸਨੂੰ 500 ਰੁਪਏ ਪਰ ਡੇ ਉਸਦੇ ਕੱਟੇ ਜਾ ਸਕਦੇ ਹੈ, ਜੇ ਲੇਟ ਆਉਂਦਾ ਤਾਂ, ਜੇ ਨਹੀਂ ਆਉਂਦਾ ਤਾਂ 1000 ਰੁਪਏ ਪਰ ਡੇ ਕੱਟੇ ਜਾ ਸਕਦੇ ਹੈ। ਤਾਂ ਇਹਨਾਂ ਸਾਰੀਆਂ ਕੰਡੀਸ਼ਨਸ ਨੂੰ ਦੇਖਦੇ ਹੋਏ ਕੋਈ ਵੀ ਜਿਹੜਾ ਹੈਗਾ ਹੈ ਸਰਵਿਸ ਪ੍ਰੋਵਾਈਡਰ ਉਹ ਅੱਜ ਕੱਲ੍ਹ ਗੱਡੀਆਂ ਪ੍ਰੋਵਾਈਡ ਨਹੀਂ ਕਰ ਰਿਹਾ। ਹੁਣ ਜੇ ਅਸੀਂ ਮੋਟੇ ਤੌਰ ਦੇ ਉੱਤੇ ਜੇ ਆਪਾਂ ਇਹ ਚੀਜ਼ ਦੇਖਣੀ ਹੋਵੇ ਕਿ ਕੀ ਉਹਨਾਂ ਕੋਲੇ ਓਪਸ਼ਨਸ ਨੇ, ਕਿਉਂਕਿ ਇਸ ਦੀ ਜਿਹੜੀ ਇੱਕ ਹੋਰ ਫਾਈਲ ਜਿਹੜੀ ਆਪਣੇ ਗਰੁੱਪ ਦੇ ਵਿੱਚ ਵੀ ਸ਼ੇਅਰ ਹੋ ਚੁੱਕੀ ਹੈ, ਤਾਂ ਉਹ ਇੱਕ ਹੋਰ ਇੰਸਟਰਕਸ਼ਨਸ ਨੇ, ਤਾਂ ਉਹਦੇ ਵਿੱਚ ਕਲੀਅਰਲੀ ਮੈਂਸ਼ਨਡ ਹੈਗਾ ਇਹ ਪਹਿਲਾਂ ਤਾਂ ਗੱਡੀ ਜਿਹੜੀ ਹੈ ਉਹ 5 to 8 ਲੱਖ ਕੈਟੇਗਰੀ ਵਾਲੀ ਆਪਾਂ ਹਾਇਰ ਕਰ ਸਕਦੇ ਹੈਗੇ ਹਾਂ। ਤਾਂ ਇਹ ਇੱਥੇ ਇਹਨਾਂ ਦਾ ਹੈ ਕਿ 2 ਕੈਟੇਗਰੀਜ਼ ਇਹਨਾਂ ਨੇ ਬਣਾਈਆਂ ਹੈਗੀਆਂ। ਤਾਂ ਜਿਹੜੀ 5 ਤੋਂ 8 ਲੱਖ ਵਾਲੀ ਕੈਟੇਗਰੀ ਹੈ ਉਸ ਦੇ ਵਿੱਚ ਆਪਾਂ ਫੋਲ ਕਰਦੇ ਹੈਗੇ, ਤਾਂ ਕਿਉਂਕਿ ਗਰੁੱਪ 2 ਜਿਹੜਾ ਹੈਗਾ ਉਹ ਤਾਂ ਅੱਗੇ ਗਰੁੱਪ 1 ਜਿਹੜਾ ਹੈ ਪੂਰੇ ਆਫਿਸਰਸ ਜਿਹੜੇ HOD ਦੇ ਬਿਲੋ ਰੈਂਕਸ ਦੇ ਹੋਣਗੇ, ਅਤੇ ਗਰੁੱਪ 2 ਦੇ ਵਿੱਚ DCs SSPs ਆਉਂਦੇ ਹੈਗੇ। ਇਸ ਕਰਕੇ ਆਪਾਂ ਗਰੁੱਪ 1 ਦੇ ਵਿੱਚ ਜਿਹੜੀਆਂ ਗੱਡੀਆਂ ਆਉਂਦੀਆਂ ਨੇ, ਅਸੀਂ ਕਾफ़ੀ ਗੱਡੀਆਂ ਕੱਲ੍ਹ ਮਹਿੰਦਰਾ ਤੋਂ ਪਤਾ ਵੀ ਕੀਤਾ, ਆਪਣਾ ਮਾਰੂਤੀ ਤੋਂ ਵੀ ਪਤਾ ਕੀਤਾ, ਤਾਂ ਪਹਿਲਾਂ ਅਸੀਂ ਜਿਹੜੀਆਂ ਗੱਡੀਆਂ ਡਿਸਕਸ ਕਰ ਰਹੇ ਸੀ ਉਹ ਬਲੈਰੋ ਸੀ ਜਾਂ ਫਿਰ ਆਪਾਂ ਅਰਟੀਗਾ ਡਿਸਕਸ ਕਰ ਰਹੇ ਸੀ, ਪਰ ਇਹ ਨਿਕਲ ਕੇ ਆਇਆ ਕਿ ਜਿਹੜੀ ਅਰਟੀਗਾ ਬੋਲੈਰੋ ਇਹ 5 to 8 ਲੱਖ ਜਿਹੜਾ ਔਨ ਰੋਡ ਪ੍ਰਾਈਸ ਹੈ ਉਸ ਦੀ ਰੇਂਜ ਤੋਂ ਉੱਪਰ ਨੇ, ਅਤੇ ਨਾ ਹੀ ਇਹ ਕਮਰਸ਼ੀਅਲੀ ਜਿਹੜਾ ਬੰਦਾ ਪਾਏਗਾ ਉਹਦੇ ਲਈ ਵੀ ਵਾਇਬਲ ਨਹੀਂ ਹੈਗੀ। ਇਸ ਦੀ ਮਾਈਲੇਜ ਵੀ ਘੱਟ ਹੈਗੀ ਹੈ ਕੰਪੈਰੇਟਿਵਲੀ। ਇਸ ਕਰਕੇ ਇੱਕੋ ਇੱਕ ਗੱਡੀ ਜਿਹੜੀ ਕਿ ਚੋਇਸ ਨਿਕਲ ਕੇ ਆ ਰਹੀ ਹੈਗੀ ਹੈ ਜਾਂ ਪਾਈ ਜਾ ਸਕਦੀ ਹੈ ਉਹ ਹੈ ਸਵਿਫਟ ਡਿਜ਼ਾਇਰ ਟੂਰ। ਤਾਂ ਇਹ ਜਿਸ ਤਰ੍ਹਾਂ ਆਪਣੀ ਡਿਜ਼ਾਇਰ ਗੱਡੀ ਹੁੰਦੀ ਹੈ ਆਲਮੋਸਟ ਉਹੀ ਸਵਿਫਟ ਡਿਜ਼ਾਇਰ ਗੱਡੀ ਹੀ ਹੈ, ਅਤੇ ਬਟ ਉਹਦੇ ਵਿੱਚ ਇਸ ਦੇ ਵਿੱਚ ਕੀ ਹੈ ਕਿ ਥੋੜ੍ਹੇ ਜਿਹੇ ਉਸਦੇ ਨਾਲੋਂ ਫੀਚਰਸ ਘੱਟ ਨੇ, ਤਾਂ ਕਰਕੇ ਫੀਚਰਸ ਲਾਈਕ ਜਿੱਦਾਂ ਆਟੋਮੈਟਿਕ ਜਿਹੜੇ ਫੀਚਰਸ ਹੁੰਦੇ ਹੈਗੇ ਹੈ, ਵਿੰਡੋਜ਼ ਡਾਊਨ ਹੋਣੀਆਂ, ਉੱਦਾਂ ਦੇ ਫੀਚਰਸ ਇਹਨਾਂ ਦੇ ਘੱਟ ਨੇ, ਅਤੇ ਉਸ ਦੇ ਵਿੱਚ ਇਸ ਦੀ ਕੋਸਟ ਜਿਹੜੀ ਹੈ ਅਰਾਊਂਡ 1 ਲੱਖ ਘੱਟ ਜਾਂਦੀ ਹੈਗੀ ਹੈ। ਅਤੇ ਇੱਕ ਇਸ ਦੀ ਮਾਈਲੇਜ ਥੋੜ੍ਹੀ ਜਿਹੀ ਵੱਧ ਹੈ ਕਿਉਂਕਿ ਇਹਦੀ ਸਪੀਡ ਦੀ ਅੱਪਰ ਲਿਮਿਟ ਹੈ, ਇਹ 80 ਕਿਲੋਮੀਟਰ ਤੋਂ ਜਿਹੜੀ ਇਹਦੀ ਟੋਪ ਸਪੀਡ ਹੁੰਦੀ ਹੈ। ਤਾਂ ਮੋਸਟਲੀ ਇਹੀ ਜਿਹੜੇ ਕਿਉਂਕਿ ਇਹ ਰੂਲਸ ਅੱਗੇ ਆਏ ਸੀ ਕਿ ਜਿਹੜਾ ਵੀ ਕਮਰਸ਼ੀਅਲ ਵਹੀਕਲ ਹੋਏਗਾ ਉਹਦੇ ਵਿੱਚ ਸਪੀਡ ਹੈ ਉਹ 80 ਤੋਂ ਉੱਪਰ ਨਹੀਂ ਜਾ ਸਕਦੀ, ਤਾਂ ਇਸ ਰੂਲਸ ਨੂੰ ਫੋਲੋ ਕਰਦੀ ਇਹ ਇਹਨਾਂ ਨੇ ਡਿਜ਼ਾਇਰ ਟੂਰ ਗੱਡੀ ਬਣਾਈ ਹੈਗੀ ਹੈ। ਅਦਰਵਾਈਜ਼ ਇਹ ਅੱਛੀ ਗੱਡੀ ਹੈ, ਅਤੇ ਇਸ ਦੀ ਔਨ ਰੋਡ ਪ੍ਰਾਈਸ ਜਿਹੜਾ ਇਹਨਾਂ ਨੂੰ ਪੈਂਦਾ ਹੈ ਉਹ ਅਰਾਊਂਡ 8 ਲੱਖ ਰੁਪੀਜ਼ ਹੀ ਪੈਂਦਾ ਹੈਗਾ। ਤਾਂ ਹੁਣ ਜੇ ਆਪਾਂ ਉਸ ਐਂਗਲ ਤੋਂ ਗੱਲ ਕਰੀਏ ਜਿਹੜਾ ਬੰਦਾ ਗੱਡੀਆਂ ਪਾ ਰਿਹਾ ਹੈਗਾ ਤਾਂ ਉਸ ਦਾ ਕਿੰਨਾ ਖਰਚਾ ਆਏਗਾ, ਤਾਂ ਉਸਨੇ ਜੇ 8 ਲੱਖ ਰੁਪਏ ਦੀ ਆਪਾਂ ਗੱਡੀ ਉਸ ਨੂੰ ਕਹਿੰਦੇ ਹੈਗੇ ਆ, ਤਾਂ ਇਸ ਦੀ ਕਿਸ਼ਤ ਅਰਾਊਂਡ 17,000 ਰੁਪਏ ਨਿਕਲ ਕੇ ਆਉਂਦੀ ਹੈਗੀ ਹੈ। ਤਾਂ 17,000 ਰੁਪਏ ਪਰ ਮੰਥ ਤਾਂ ਉਸਨੇ ਕਿਸ਼ਤ ਪੇ ਕਰਨੀ ਹੋਏਗੀ, ਜਿਹੜੀ ਡਾਊਨ ਪੇਮੈਂਟ ਕਰਨੀ ਹੈ ਉਸ ਤੋਂ ਬਾਅਦ ਵੀ। ਉਸ ਤੋਂ ਇਲਾਵਾ ਜਿਹੜਾ ਆਪਣਾ ਫਿਊਲ ਚਾਰਜਿਸ ਦੀ ਆਪਾਂ ਗੱਲ ਕਰ ਰਹੇ ਹਾਂ 10,000 ਰੁਪਏ ਜਿਹੜੇ ਇਹਨਾਂ ਨੇ ਕਹੇ ਹੈਗੇ, ਤਾਂ ਇਹ ਜਿਹੜੀ ਗੱਡੀ ਹੈ 8 ਲੱਖ ਦੀ ਉਹ CNG ਪਲੱਸ ਪੈਟਰੋਲ ਵਾਲੀ ਆਏਗੀ। ਤਾਂ ਜੇ ਪੈਟਰੋਲ ਦੇ ਉੱਤੇ 2,000 ਕਿਲੋਮੀਟਰ ਚਲਾਉਂਦਾ 2,000 ਕਿਲੋਮੀਟਰ ਹੈ ਤਾਂ 10,000 ਕੋਸਟ ਹੋਣੀ ਹੀ ਹੋਣੀ ਹੈ, ਅਤੇ ਜੇ ਉਹ CNG 'ਤੇ ਚਲਾਉਂਦਾ ਤਾਂ ਉਹ ਕੋਸਟ ਘਟਾ ਕੇ 6,000 ਰੁਪਏ ਕੀਤੀ ਜਾ ਸਕਦੀ ਹੈ। ਤਾਂ ਔਨ ਐਵਰੇਜ ਫਿਰ ਵੀ 8,000 ਰੁਪਇਆ ਪਰ ਮੰਥ ਤਾਂ ਉਸ ਦੀ ਕੋਸਟਿੰਗ ਹੋਏਗੀ। ਅਤੇ ਜੇ ਡਰਾਈਵਰ ਦੀ ਕੋਸਟ ਦੀ ਗੱਲ ਕਰੀਏ ਤਾਂ ਐਟਲੀਸਟ 8,000 ਰੁਪਇਆ ਕੋਸਟ ਹੈ ਡਰਾਈਵਰ ਦੀ ਪਰ ਮੰਥ। ਜਦਕਿ ਜੇ ਆਪਾਂ ਕੁਛ ਜ਼ਿਲ੍ਹਾ ਮੋਹਾਲੀ ਵਗੈਰਾ ਦੀ ਗੱਲ ਕਰੀਏ ਤਾਂ ਉੱਥੇ ਕੋਈ ਵੀ ਡਰਾਈਵਰ ਤੁਹਾਨੂੰ 8,000 ਰੁਪਏ ਦੇ ਵਿੱਚ ਨਹੀਂ ਮਿਲਦਾ ਹੈਗਾ। ਤਾਂ ਇਹ ਮਿਨੀਮਮ ਕੋਸਟ ਆਪਾਂ ਲਗਾ ਕੇ ਵੀ ਜੇ ਚੱਲਦੇ ਹਾਂ ਅਤੇ 17,000 ਰੁਪਇਆ ਕਿਸ਼ਤ ਲਗਾਈਏ, 8,000 ਰੁਪਇਆ ਫਿਊਲ ਦੀ ਕੋਸਟ ਲਗਾਈਏ, 8,000 ਰੁਪਇਆ ਡਰਾਈਵਰ ਦੀ ਕੋਸਟ ਲਗਾਈਏ, ਅਤੇ 4,000 ਰੁਪਇਆ ਮੇਨਟੇਨੈਂਸ ਲਗਾਈਏ, ਕਿਉਂਕਿ 2 ਰੁਪਏ ਮੇਨਟੇਨੈਂਸ ਪਰ ਕਿਲੋਮੀਟਰ ਜੇ ਆਪਾਂ ਲਗਾਉਂਦੇ ਹਾਂ। ਟਾਇਰਾਂ ਦੀ ਵੀ ਘਸਾਈ ਹੈ, ਉਸਦੀ ਸਰਵਿਸ ਵੀ ਕਰਵਾਉਣੀ ਹੈ ਗੱਡੀ ਦੀ, ਤਾਂ ਇਹ ਟੋਟਲ ਨਿਕਲ ਕੇ ਜਿਹੜਾ ਆਉਂਦਾ ਹੈਗਾ 37,000 ਆਉਂਦਾ ਹੈਗਾ
17,000 8,000 8,000 ਅਤੇ 4,000 ਤਾਂ 37,000 ਰੁਪੀਜ਼ ਉਸ ਦੀ ਕੋਸਟਿੰਗ ਹੋਏਗੀ ਪਰ ਮੰਥ ਜੇ ਉਹ ਸਾਰੀਆਂ ਚੀਜ਼ਾਂ ਇਹ ਪ੍ਰੋਵਾਈਡ ਕਰਦਾ ਹੈ। ਅਤੇ ਉਸ ਨੂੰ ਮਿਲ ਕਿੰਨੇ ਰਹੇ ਨੇ 33,000 ਦੇ ਵਿੱਚੋਂ ਵੀ GST ਕੱਟ ਕੇ ਅਰਾਊਂਡ 29,000 ਰੁਪਏ ਉਸ ਨੂੰ ਮਿਲ ਰਿਹਾ ਹੈਗਾ। ਤਾਂ ਓਵਰਆਲ ਉਹ ਜਿਹੜਾ ਹੈਗਾ ਲੋਸ ਦੇ ਵਿੱਚ ਹੈ 8,000 ਰੁਪਏ ਐਟਲੀਸਟ ਉਸ ਨੂੰ ਲੋਸ ਪਏਗਾ। ਪ੍ਰੋਫਿਟ ਕੁਛ ਨਹੀਂ ਹੈ, ਪ੍ਰੋਫਿਟ ਸਿਰਫ ਇਹ ਕਹਿ ਸਕਦੇ ਹਾਂ ਕਿ 5 ਸਾਲ ਬਾਅਦ ਜਿਹੜੀ ਗੱਡੀ ਬਚੇਗੀ ਉਹ ਉਸ ਨੂੰ ਬਚ ਜੇਗੀ। ਬਟ 5 ਸਾਲ ਦੇ ਵਿੱਚ ਐਕਚੁਅਲ ਦੇ ਵਿੱਚ ਗੱਡੀਆਂ ਦੀ ਕਾਫੀ ਡੈਮੇਜ ਹੋ ਜਾਂਦੀਆਂ। ਇਸ ਤੋਂ ਇਲਾਵਾ ਹੋਰ ਵੀ ਸਰਵਿਸ ਪ੍ਰੋਵਾਈਡਰ ਦੇ ਕਾਫੀ ਸਾਰੇ ਰਿਸਕ ਹੁੰਦੇ ਆ ਕਿ ਜੇ ਇਨ ਕੇਸ ਕੋਈ ਐਕਸੀਡੈਂਟ ਹੋ ਜਾਂਦਾ ਹੈ, ਕੁਛ ਇੱਦਾਂ ਦੀ ਚੀਜ਼ ਹੋ ਜਾਂਦੀ ਹੈ ਤਾਂ ਉਹ ਐਕਸਟਰਾ ਹੈ ਜੀ, ਆਪਾਂ ਉਸ ਨੂੰ ਵਿੱਚ ਕਾਊਂਟ ਨਹੀਂ ਕੀਤਾ। ਤਾਂ ਕਰਕੇ ਸਿੰਪਲੀ ਕਿਹਾ ਜਾਵੇ ਘਾਟੇ ਦਾ ਸੌਦਾ ਹੈਗਾ ਇਸ ਟਾਈਮ। ਤਾਂ ਕੋਈ ਵੀ ਇਸ ਦੇ ਵਿੱਚ